ਮੱਤੀ ਦਾ 26ਵਾਂ ਭਾਗ, ਅਗਰ ਤੁਹਾਡੇ ਕੋਲ ਨਵੀਆਂ ਬਾਈਬਲਾਂ 52 ਪੰਨਾ ਹੈ। ਮੈਂ ਪੜ੍ਹ ਦਿੰਦੀ ਪਾਸਟਰ ਜੀ। ਮੇਰੀ ਬਾਈਬਲ 17 ਤੋਂ ਲੈ ਕੇ ਕਿੰਨੇ ਤੱਕ ਪੜ੍ਹਨਾ? 17 ਤੋਂ ਲੈ ਕੇ 30 ਤਾਈਂ ਭੈਣ। 30 ਤੱਕ, ਓਕੇ। ਪ੍ਰਭੂ ਯਿਸੂ ਦਾ ਆਪਣੇ ਚੇਲਿਆਂ ਨਾਲ ਆਖਰੀ ਭੋਜ। ਅਖਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲੇ ਯਿਸੂ ਕੋਲ ਆਏ ਅਤੇ ਪੁੱਛਣ ਲੱਗੇ, ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਜਾ ਕੇ ਤੁਹਾਡੇ ਲਈ ਪਸਾਹ ਦਾ ਭੋਜ ਤਿਆਰ ਕਰੀਏ? ਯਿਸੂ ਨੇ ਉੱਤਰ ਦਿੱਤਾ, ਸ਼ਹਿਰ ਵਿੱਚ ਇੱਕ ਆਦਮੀ ਦੇ ਕੋਲ ਜਾਓ ਅਤੇ ਉਸਨੂੰ ਕਹੋ, ਗੁਰੂ ਜੀ ਕਹਿੰਦੇ ਹਨ ਕਿ ਮੇਰਾ ਠਹਿਰਾਇਆ ਹੋਇਆ ਸਮਾਂ ਨੇੜੇ ਹੈ। ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਘਰ ਪਸਾਹ ਮਨਾਵਾਂਗਾ। ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਿਸੂ ਨੇ ਹੁਕਮ ਦਿੱਤਾ ਸੀ ਅਤੇ ਪਸਾਹ ਦਾ ਭੋਜ ਤਿਆਰ ਕੀਤਾ। ਜਦੋਂ ਤਰਕਾਲਾਂ ਪੈ ਗਈਆਂ ਤਾਂ ਯਿਸੂ ਆਪਣੇ ਚੇਲਿਆਂ ਦੇ ਨਾਲ ਭੋਜਨ ਕਰਨ ਦੇ ਲਈ ਬੈਠੇ। ਭੋਜਨ ਕਰਦੇ ਵੇਲੇ ਯਿਸੂ ਨੇ ਚੇਲਿਆਂ ਨੂੰ ਕਿਹਾ, ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਜਣਾ ਮੈਨੂੰ ਫੜਵਾਏਗਾ। ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ ਅਤੇ ਵਾਰੀ-ਵਾਰੀ ਪੁੱਛਣ ਲੱਗੇ ਕਿ ਉਹ ਮੈਂ ਹਾਂ। ਪ੍ਰਭੂ ਜੀ, ਯਿਸੂ ਨੇ ਉੱਤਰ ਦਿੱਤਾ, ਜੋ ਮੇਰੇ ਨਾਲ ਇੱਕ ਹੀ ਥਾਲ ਵਿੱਚ ਖਾ ਰਿਹਾ ਹੈ ਮੈਨੂੰ ਫੜਵਾਏਗਾ। ਮਨੁੱਖ ਦਾ ਪੁੱਤਰ ਤਾਂ ਜਿਸ ਤਰ੍ਹਾਂ ਉਸਦੇ ਬਾਰੇ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਮਾਰਿਆ ਹੀ ਜਾਵੇਗਾ, ਪਰ ਅਫਸੋਸ ਹੈ ਉਸ ਆਦਮੀ ਦੇ ਲਈ ਜਿਸ ਦੇ ਦੁਆਰਾ ਉਹ ਫੜਵਾਇਆ ਜਾਵੇਗਾ। ਚੰਗਾ ਹੁੰਦਾ ਕਿ ਉਹ ਆਦਮੀ ਪੈਦਾ ਹੀ ਨਾ ਹੁੰਦਾ। ਯਹੂਦਾ ਜੋ ਯਿਸੂ ਨੂੰ ਫੜਵਾਉਣ ਵਾਲਾ ਸੀ ਬੋਲਿਆ ਕਿ ਉਹ ਮੈਂ ਹਾਂ। ਗੁਰੂ ਜੀ, ਯਿਸੂ ਨੇ ਉੱਤਰ ਦਿੱਤਾ, ਤੂੰ ਆਪ ਹੀ ਕਹਿ ਦਿੱਤਾ ਹੈ। ਪ੍ਰਭੂ ਭੋਜ ਦੀ ਸਥਾਪਨਾ। ਉਹ ਭੋਜ ਕਰ ਰਹੇ ਸਨ ਕਿ ਯਿਸੂ ਨੇ ਰੋਟੀ ਲਈ ਅਸੀਸ ਮੰਗ ਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ, ਇਹ ਲਵੋ ਅਤੇ ਖਾਵੋ, ਇਹ ਮੇਰਾ ਸਰੀਰ ਹੈ। ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਇਹ ਕਹਿੰਦਿਆਂ ਹੋਇਆਂ ਦਿੱਤਾ, ਇਸ ਵਿੱਚ ਤੁਸੀਂ ਸਾਰੇ ਪੀਓ, ਕਿਉਂਕਿ ਇਹ ਮੇਰਾ ਪਰਮੇਸ਼ਵਰ ਦੇ ਨਵੇਂ ਨੇਮ ਦਾ ਖੂਨ ਹੈ, ਜੋ ਬਹੁਤਿਆਂ ਦੇ ਲਈ ਉਹਨਾਂ ਦੇ ਪਾਪਾਂ ਦੀ ਮਾਫੀ ਲਈ ਬਹਾਇਆ ਜਾਂਦਾ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਅੱਗੇ ਤੋਂ ਉਸ ਦਿਨ ਤੱਕ ਅੰਗੂਰ ਦੀ ਪੈਦਾਵਾਰ ਤੁਹਾਡੇ ਨਾਲ ਕਦੇ ਨਹੀਂ ਪੀਵਾਂਗਾ, ਜਦੋਂ ਤੱਕ ਕਿ ਪਰਮੇਸ਼ਵਰ ਦੇ ਰਾਜ ਵਿੱਚ ਨਵੀਂ ਨਾ ਪੀਵਾਂਗਾ। ਫਿਰ ਉਹਨਾਂ ਨੇ ਇੱਕ ਭਜਨ ਗਾਇਆ ਅਤੇ ਜੈਤੂਨ ਦੇ ਪਹਾੜ ਵੱਲ ਚਲੇ ਗਏ। ਪ੍ਰਭੂ ਦੇ ਵਚਨ ਦੇ ਵਿੱਚ ਜਿਸ ਵੇਲੇ ਅਸੀਂ ਜਾਂਦੇ ਹਾਂ, ਇਹ ਇੱਕ ਐਸੀ ਪਿਆਰੀ ਉਦਾਹਰਨ ਆ ਪ੍ਰਭੂ ਦੀ, ਜਿਹੜੀ ਸਾਨੂੰ ਕਿਤੇ ਹੋਰ ਨਹੀਂ ਮਿਲਦੀ ਹੈ, ਕਿਤੇ ਹੋਰ ਨਹੀਂ ਮਿਲਦੀ ਹੈਗੀ। ਕਿ ਪ੍ਰਭੂ ਯਿਸੂ ਨੇ ਉਹਨਾਂ ਦੇ ਲਈ ਕਿਹਾ ਕਿ ਇਹ ਮੇਰਾ ਸਰੀਰ ਆ ਜੋ ਤੁਹਾਡੇ ਲਈ ਤੋੜਿਆ ਜਾਂਦਾ। ਪ੍ਰਭੂ ਯਿਸੂ ਨੇ ਕਿਹਾ ਸੀ ਕਿ ਸਵਰਗ ਤੋਂ ਉਤਰੀ ਅਸਲੀ ਰੋਟੀ ਮੈਂ, ਜੋ ਮੈਨੂੰ ਖਾਏਗਾ ਅਨੰਤ ਜੀਵਨ ਉਸਦਾ ਹੈ, ਅਨੰਤ ਜੀਵਨ ਉਸਦਾ। ਇੱਕ ਐਸਾ ਪ੍ਰਸ਼ਾਦ ਪ੍ਰਭੂ ਨੇ ਸਾਨੂੰ ਦਿੱਤਾ ਕਿ ਅਸੀਂ ਕਿਤੇ ਜਾਂਦੇ ਹਾਂ, ਕਿਤੇ ਅਸੀਂ ਕੜਾਹ ਖਾ ਲੈਂਦੇ, ਕਿਤੇ ਅਸੀਂ ਫੁੱਲੀਆਂ ਖਾ ਲੈਂਦੇ ਹਾਂ। ਹੁਣ ਤਾਂ ਇੱਕ ਐਸੀ ਜਗ੍ਹਾ ਵੀ ਕਹਿੰਦੇ ਹੈਗੀ, ਉੱਥੋਂ ਮਿੱਟੀ ਕੱਢ ਕੇ ਦਿੰਦੇ, ਲੋਕ ਮਿੱਟੀ ਖਾ ਕੇ ਘਰ ਨੂੰ ਆ ਜਾਂਦੇ। ਔਰ ਲੇਕਿਨ ਉਸ ਪ੍ਰਭੂ ਨੇ ਆਪਣਾ ਆਪ ਤੋੜ ਕੇ ਸਾਨੂੰ ਦਿੱਤਾ, ਆਪਣਾ ਆਪ ਤੋੜ ਕੇ ਉਸਨੇ ਸਾਨੂੰ ਦਿੱਤਾ। ਇਹ ਮੇਰਾ ਸਰੀਰ ਜੋ ਤੁਹਾਡੇ ਲਈ ਤੋੜਿਆ ਜਾਂਦਾ, ਇਹ ਮੇਰਾ ਲਹੂ ਜੋ ਤੁਹਾਡੇ ਲਈ ਬਹਾਇਆ ਜਾਂਦਾ। ਸੱਚਾ ਪ੍ਰਸ਼ਾਦ ਸਾਨੂੰ ਮਿਲਿਆ, ਜੋ ਮੁਕਤੀ ਦਿੰਦਾ, ਜੋ ਸਦੀਪ ਜੀਵਨ ਦਿੰਦਾ, ਜੋ ਤਨ ਮਨ ਔਰ ਆਤਮਾ ਨੂੰ ਤਾਕਤ ਦਿੰਦਾ। ਇਸ ਦੇ ਵਿੱਚ ਸਭ ਕੁਛ ਹੀ ਆ ਜਾਂਦਾ। ਤੇ ਇਹ ਅੰਗੂਰ ਦੀ ਪੈਦਾਵਾਰ, ਇਹ ਤੁਹਾਡਿਆਂ ਪਾਪਾਂ ਦੇ ਲਈ ਬਹਾਇਆ ਜਾਂਦਾ। ਬੜਾ ਪਵਿੱਤਰ ਸਮਾਂ ਹੁੰਦਾ ਜਿਸ ਲਈ ਪ੍ਰਭੂ ਭੋਜ ਅਸੀਂ ਲੈਂਦੇ ਹਾਂ। ਪ੍ਰਭੂ ਭੋਜ ਇਸ ਕਰਕੇ ਨਹੀਂ ਕਿ ਸਾਨੂੰ ਆਗਿਆ ਮਿਲੀ ਹੋਈ। ਪ੍ਰਭੂ ਭੋਜ ਅਸੀਂ ਇਸ ਕਰਕੇ ਲੈਂਦੇ ਹਾਂ ਕਿ ਜਿਸਲੇ ਅਸੀਂ ਉਹ ਰੋਟੀ ਦਾ ਤਿਣਕਾ ਖਾਂਦੇ ਹਾਂ ਤੇ ਉਹ ਸਾਡੇ ਵਿੱਚ ਪ੍ਰਭੂ ਵਧੇ, ਉਹਦਾ ਸਰੀਰ ਵਧੇ, ਅਸੀਂ ਘਟੀਏ। ਔਰ ਜਿਸ ਲਈ ਅਸੀਂ ਉਹ ਲਹੂ ਲੈਂਦੇ ਹਾਂ, ਪ੍ਰਭੂ ਦਾ ਉਹ ਦਾਖ ਰਸ ਲੈਂਦੇ ਹਾਂ, ਤੇ ਅਸੀਂ ਉਹ ਸਮਾਂ ਹੁੰਦਾ ਜਿਸ ਲਈ ਅਸੀਂ ਆਪਣੇ ਮਨ ਦੀਆਂ ਸੋਚਾਂ ਦੇ ਵਿਚਾਰ ਜਿਹੜੇ ਆ
ਜਾਂ ਜਿਹੜੇ ਵਿਉਂਤਾਂ ਵਿੱਚ ਆ ਹਾਲੇ, ਜਾਂ ਜਿਹੜੇ ਕਰਮ ਦੇ ਵਿੱਚ ਬਦਲ ਚੁੱਕੇ ਆ, ਉਹਨਾਂ ਤਿੰਨਾਂ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲੈ ਕੇ ਆ ਸਕਦੇ। ਉਹ ਤਿੰਨਾਂ ਨੂੰ ਧੋਂਦਾ, ਉਹ ਸਾਫ਼ ਕਰਦਾ, ਉਹ ਆਪਣਾ ਆਪ ਵਧਾਉਂਦਾ, ਸਾਨੂੰ ਘਟਾਉਂਦਾ। ਔਰ ਆਹਿਸਤਾ ਆਹਿਸਤਾ ਬਚਨ ਦੇ ਵਿੱਚ ਲਿਖਿਆ ਕਿ ਉਹ ਬਹੁਤਿਆਂ ਭਰਾਵਾਂ ਦਾ ਜੇਠਾ ਹੈ। ਅਸੀਂ ਉਹਦੇ ਵਾਂਗ ਹੋਣ ਦੇ ਲਈ ਚੁਣੇ ਗਏ। ਅਸੀਂ ਪਰਮੇਸ਼ਰ ਤਾਂ ਨਹੀਂ, ਪਰ ਪ੍ਰਭੂ ਦੀ ਸੰਤਾਨ ਜ਼ਰੂਰ ਹੈ। ਪ੍ਰਭੂ ਦੀ ਸੰਤਾਨ ਜ਼ਰੂਰ ਹੈ। ਔਰ ਆਪਣੀ ਸੰਤਾਨ ਦੇ ਲਈ ਕੀ ਕੋਈ ਨਹੀਂ ਕਰਦਾ। ਮਾਂ ਬਾਪ ਸਭ ਤੋਂ ਜ਼ਿਆਦਾ ਆਪਣੀ ਵਾਹ ਉਸ ਬੱਚੇ ਤੇ ਲਾਉਂਦੇ ਆ ਜਿਹੜਾ ਕਮਜ਼ੋਰ। ਉਹਨਾਂ ਦੀ ਸੋਚ ਹਮੇਸ਼ਾ ਉੱਥੇ ਗੱਡੀ ਰਹਿੰਦੀ ਹੈ। ਇਹ ਪ੍ਰਭੂ ਦੀ ਬਰਕਤ ਹੈ। ਇਹ ਪ੍ਰਭੂ ਦੀ ਬਰਕਤ ਹੈ। ਇਸ ਕਰਕੇ ਪ੍ਰਭੂ ਨੇ ਕਿਹਾ ਸੀ ਕਿ ਜਿਸ ਵੇਲੇ ਉਸਨੇ ਕਿਹਾ ਸੀ ਕਿ ਮੈਂ ਭੇਡਾਂ ਔਰ ਬੱਕਰੀਆਂ ਨੂੰ ਇੱਕ ਪਾਸੇ ਕਰੂੰਗਾ, ਮੈਂ ਨੰਗਾ ਸੀ ਤੁਸੀਂ ਮੈਨੂੰ ਕੱਪੜਾ ਦਿੱਤਾ, ਮੈਂ ਧਿਆਇਆ ਸੀ ਤੁਸੀਂ ਮੈਨੂੰ ਪਾਣੀ ਦਿੱਤਾ, ਮੈਂ ਜੇਲ੍ਹ ਦੇ ਵਿੱਚ ਸੀ ਤੁਸੀਂ ਮੈਨੂੰ ਮਿਲਣ ਗਏ, ਮੈਂ ਬਿਮਾਰ ਸੀ ਤੁਸੀਂ ਮੇਰੀ ਟੇਕ ਕੇਅਰ ਕੀਤੀ। ਔਰ ਉਹਨਾਂ ਨੂੰ ਪ੍ਰਭੂ ਕਹੇਗਾ ਤੁਸੀਂ ਮੇਰੇ ਸੱਜੇ ਹੱਥ, ਤੁਸੀਂ ਪ੍ਰਭੂ ਦੀਆਂ ਭੇਡਾਂ ਸੱਜੇ ਹੱਥ ਬੈਠੋ। ਤਾਂ ਪੁੱਛਣਗੇ ਕਿ ਪ੍ਰਭੂ ਇਹ ਅਸੀਂ ਤੇਰੇ ਲਈ ਕਦੋਂ ਕੀਤਾ? ਕਹਿੰਦਾ ਜਦੋਂ ਤੁਸੀਂ ਛੋਟੇ ਤੋਂ ਛੋਟੇ ਦੇ ਲਈ ਇਹ ਕੀਤਾ, ਤੁਸੀਂ ਮੇਰੇ ਲਈ ਕੀਤਾ। ਕੱਲ ਅਸੀਂ ਵਚਨ ਦੇ ਵਿੱਚ ਦੇਖਦੇ ਪਏ ਸੀ, ਸਾਰਿਆਂ ਦੀ ਅੱਖ ਮੰਦਿਰ ਦੀ ਬਿਲਡਿੰਗ ਤੇ ਲੱਗੀ ਆ, ਕਿਸੇ ਦੀ ਅੱਖ ਹੋਰਨਾਂ ਚੀਜ਼ਾਂ ਤੇ ਲੱਗੀ ਹੋਈ। ਇੱਕ ਗਰੁੱਪ ਆ ਜਿਹੜੇ ਮਸੀਹ ਨੂੰ ਸਮਝ ਵੀ ਗਏ ਹੈ ਕੌਣ ਆ, ਤਾਂ ਵੀ ਲੋਕਾਂ ਦੇ ਡਰ ਤੋਂ ਪ੍ਰਭੂ ਤੇ ਲਾਗੇ ਨਹੀਂ ਆ ਰਹੇ। ਪ੍ਰਭੂ ਦੀ ਅੱਖ ਕਿਤੇ ਲੱਗੀ ਹੋਈ? ਬਿਮਾਰ, ਲੂਲੇ, ਲੰਗੜੇ, ਕਿਉਂਕਿ ਉਹਨਾਂ ਦੀ ਜਗ੍ਹਾ ਖੋ ਲਈ ਗਈ ਹੈ। ਔਰ ਪ੍ਰਭੂ ਜਿੰਨਾ ਸਮਾਂ, ਥੋੜਾ ਜਿਹਾ ਸਮਾਂ ਸੀ, ਭਾਵੇਂ ਥੋੜੇ ਸਮੇਂ ਦੇ ਲਈ, ਉਹ ਜਗ੍ਹਾ ਖਾਲੀ ਕਰਾ ਕੇ ਉਹਨਾਂ ਨੂੰ ਦਿੱਤੀ। ਇਹ ਪਿਆਰ ਹੈ ਪ੍ਰਭੂ ਦਾ, ਇਹ ਪਿਆਰ ਹੈ ਪ੍ਰਭੂ ਦਾ, ਇਹ ਬਰਕਤ ਹੈ ਪ੍ਰਭੂ ਦੀ। ਜੇ ਉਹ ਸ਼ੈਤਾਨ ਦੀ ਗੱਲ ਮੰਨ ਲੈਂਦਾ ਨਾ ਪਹਿਲੇ ਦਿਨ, ਤੇ ਹਾਈ ਪ੍ਰੀਸਟ ਦੀ ਚੇਅਰ ਦੇ ਉੱਤੇ ਪ੍ਰਭੂ ਯਿਸੂ ਨੇ ਬੈਠਾ ਹੋਣਾ ਸੀ। ਔਰ ਇਹਨਾਂ ਸਾਰਿਆਂ ਨੇ ਹੱਥੀਂ ਪੈਰੀਂ ਸੇਵਾ ਕਰਦੇ ਹੋਣਾ ਸੀ। ਜੇ ਉਹ ਤੀਸਰੀ ਤੇ ਆ ਕੇ ਕਹਿਣ ਦਾ ਠੀਕ ਆ, ਮੈਨੂੰ ਸਾਰੇ ਜਗਤ ਦੀ ਬਾਦਸ਼ਾਹੀ ਦੇ ਦੇ, ਤੇ ਸਾਰੀ ਦੁਨੀਆ ਦਾ ਉਹ ਸਮਰਾਟ ਹੋਣਾ ਸੀ। ਉਸਨੇ ਕਿਹਾ ਮੇਰਾ ਰਾਜ ਇਸ ਧਰਤੀ ਦਾ ਨਹੀਂ, ਮੈਂ ਸਵਰਗ ਤੋਂ ਆਇਆ, ਮੇਰਾ ਰਾਜ। ਜਿਸ ਦਿਨ ਤੁਸੀਂ, ਮੈਂ ਪਰਮੇਸ਼ਰ ਦਾ ਪੁੱਤਰ ਹਾਂ, ਮੈਂ ਪੁੱਤਰ। ਯਿਸੂ ਨੇ ਕਿਸ ਲਈ ਕਿਹਾ ਮੈਂ ਪਰਮੇਸ਼ਰ ਦਾ ਪੁੱਤਰ ਹਾਂ? ਇੱਥੇ ਕਿਹਾ, ਸਾਰਿਆਂ ਦੇ ਸਾਹਮਣੇ ਕਿਹਾ, ਹਾਂ ਮੈਂ ਹਾਂ। ਔਰ ਤੁਸੀਂ ਮੈਨੂੰ ਬਾਪ ਦੇ ਸੱਜੇ ਹੱਥ ਬੈਠਾ ਦੇਖੋਗੇ, ਔਰ ਕਲਾਉਡਸ ਦੇ ਉੱਤੇ, ਬੱਦਲਾਂ ਤੇ ਮੈਨੂੰ ਵਾਪਸ ਆਉਂਦਾ ਦੇਖੋਗੇ। ਉਹਨੇ ਇਹ ਕੰਮ ਕੀਤਾ, ਉਹਨੇ ਇਹ ਕੰਮ ਕੀਤਾ। ਆਓ ਅਸੀਂ ਹੁਣ 31 ਤੋਂ ਲੈ ਕੇ ਇਸ ਦੀ ਦੇਖਾਂਗੇ ਅਸੀਂ 35 ਆਇਤ। ਮੈਂ ਪੜ੍ਹਨੇ ਪਾਸਨੇ? ਹਾਂਜੀ। ਪਤਰਸ ਦੇ ਇਨਕਾਰ ਬਾਰੇ ਅਗੰਮੀ ਵਾਕ। ਫਿਰ ਯਿਸੂ ਨੇ ਚੇਲਿਆਂ ਨੂੰ ਕਿਹਾ, ਅੱਜ ਦੀ ਰਾਤ ਨੂੰ ਹੀ ਤੁਸੀਂ ਸਭ ਮੈਨੂੰ ਛੱਡ ਜਾਓਗੇ, ਕਿਉਂਕਿ ਧਰਮ ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੈ, ਮੈਂ ਚਰਵਾਹੇ ਨੂੰ ਮਾਰਾਂਗਾ ਤੇ ਇੱਜੜ ਦੀਆਂ ਭੇਡਾਂ ਤਿੱਤਰ ਬਿੱਤਰ ਹੋ ਜਾਣਗੀਆਂ। ਪਰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ ਮੈਂ ਤੁਹਾਡੇ ਅੱਗੇ ਗਲੀਲ ਨੂੰ ਜਾਵਾਂਗਾ। ਪਤਰਸ ਨੇ ਉੱਤਰ ਦਿੱਤਾ, ਬੇਸ਼ੱਕ ਇਹ ਸਾਰੇ ਹੀ ਤੁਹਾਨੂੰ ਛੱਡ ਜਾਣ, ਪਰ ਮੈਂ ਕਦੇ ਨਹੀਂ ਤੁਹਾਨੂੰ ਛੱਡਾਂਗਾ। ਯਿਸੂ ਨੇ ਅੱਗੋਂ ਉਸ ਨੂੰ ਕਿਹਾ, ਇਹ ਜਾਣ ਰੱਖ, ਰਾਤ ਨੂੰ ਹੀ ਕੁੱਕੜ ਦੇ ਬਾਂਗ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਂਗਾ।
ਪਤਰਸ ਨੇ ਕਿਹਾ, ਨਹੀਂ, ਜੇਕਰ ਮੈਨੂੰ ਤੁਹਾਡੇ ਵਾਸਤੇ ਆਪਣੀ ਜਾਨ ਵੀ ਦੇਣੀ ਪਵੇ ਤਾਂ ਵੀ ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ। ਇਸੇ ਤਰ੍ਹਾਂ ਬਾਕੀ ਸਭ ਚੇਲਿਆਂ ਨੇ ਵੀ ਕਿਹਾ। ਪ੍ਰਭੂ ਨੇ ਉਹਨਾਂ ਦੇ ਪੈਰ ਕਿਉਂ ਧੋਤੇ? ਉਹਨਾਂ ਦੇ ਵਿੱਚ ਮੈਂ ਆ। ਔਰ ਜਿਸ ਵੇਲੇ ਪ੍ਰਭੂ ਭੇਡਾਂ ਦੀ ਗੱਲ ਕਰਦੇ ਪਏ, ਉਸਨੇ ਕਿਹਾ, ਜਿੰਨੇ ਤੂੰ ਮੈਨੂੰ ਦਿੱਤੇ ਉਹਨਾਂ ਦੇ ਵਿੱਚੋਂ ਮੈਂ ਇੱਕ ਨਹੀਂ ਗਵਾਇਆ, ਸਿਵਾਏ ਨਾਸ਼ ਦੇ ਪੁੱਤਰ ਤੋਂ, ਜਿਸ ਨੇ ਆਪਣੇ ਆਪ ਨੂੰ ਆਪ ਨਾਸ਼ ਕੀਤਾ। ਉਹ ਇਸ ਵੇਲੇ ਇਹ ਕਹਿ ਰਹੇ ਆ ਕਿ ਅਸੀਂ ਤੈਨੂੰ ਨਹੀਂ ਛੱਡਾਂਗੇ, ਮੈਂ ਤੈਨੂੰ ਨਹੀਂ ਛੱਡੂੰਗਾ, ਮੈਂ ਤੈਨੂੰ ਨਹੀਂ ਛੱਡੂੰਗਾ, ਮੈਂ ਤੈਨੂੰ ਨਹੀਂ ਛੱਡੂੰਗਾ। The great I am ਉਹਨਾਂ ਦੇ ਅੱਗੇ ਬੈਠਾ ਆ, ਪਰ ਉਹ ਦਿਖਾਉਂਦੇ ਪਏ ਆ ਪ੍ਰਭੂ ਯਿਸੂ ਨੂੰ ਕਿ ਅਸੀਂ ਤੈਨੂੰ ਕਦੇ ਨਹੀਂ ਛੱਡਾਂਗੇ। ਇਸ ਕਰਕੇ ਪ੍ਰਭੂ ਨੇ ਉਹਨਾਂ ਦੇ ਪੈਰ ਧੋਤੇ ਸੀ। यूहन्ना ਦਾ 13ਵਾਂ ਭਾਗ 1 ਤੋਂ 11 ਆਇਤ ਤੱਕ 190 ਪੰਨਾ, ਅਗਰ ਤੁਹਾਡੇ ਕੋਲ ਨਵੀਆਂ ਪੰਜਾਬੀ ਦੀਆਂ ਬਾਈਬਲ। ਕਿਹੜੇ ਪੜ੍ਹਨੇ ਵਾਸਤੇ? 1 ਤੋਂ 11 ਆਇਤ ਭੈਣ, यूहन्ना ਦਾ 13ਵਾਂ ਭਾਗ ਉਸ ਦੀ 1 11 ਆਇਤ ਤੱਕ ਮੈਂ ਪੜ੍ਹਦੇ। ਹਾਂਜੀ ਹਾਂਜੀ। ਚੇਲਿਆਂ ਦੇ ਪੈਰ ਧੋਣੇ। ਪਸਾਹ ਦੇ ਤਿਉਹਾਰ ਦੇ ਪਹਿਲਾਂ ਯਿਸੂ ਨੇ ਇਹ ਜਾਣ ਕੇ ਕਿ ਉਹ ਘੜੀ ਆ ਪਹੁੰਚੀ ਹੈ ਜਦੋਂ ਕਿ ਉਹਨਾਂ ਨੂੰ ਇਸ ਦੁਨੀਆ ਵਿੱਚ ਛੱਡ ਕੇ ਪਿਤਾ ਦੇ ਕੋਲ ਜਾਣਾ ਹੈ, ਆਪਣਿਆਂ ਜਿਨ੍ਹਾਂ ਨੂੰ ਉਹਨਾਂ ਨੇ ਸਦਾ ਪਿਆਰ ਕੀਤਾ ਤੇ ਜਿਹੜੇ ਇਸ ਸੰਸਾਰ ਵਿੱਚ ਸਨ, ਅੰਤ ਤੱਕ ਪਿਆਰ ਕੀਤਾ। ਯਿਸੂ ਅਤੇ ਉਹਨਾਂ ਦੇ ਚੇਲੇ ਭੋਜਨ ਕਰ ਰਹੇ ਸਨ। ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਓਤੀ ਦੇ ਮਨ ਵਿੱਚ ਇਹ ਵਿਚਾਰ ਪਾ ਚੁੱਕਿਆ ਸੀ ਕਿ ਉਹ ਯਿਸੂ ਨੂੰ ਫੜਵਾਏ, ਇਹ ਜਾਣਦੇ ਹੋਏ ਕਿ ਪਿਤਾ ਨੇ ਸਭ ਕੁਝ ਉਹਨਾਂ ਦੇ ਹੱਥ ਵਿੱਚ ਸੌਂਪ ਦਿੱਤਾ ਹੈ ਅਤੇ ਉਹ ਪਰਮੇਸ਼ਰ ਕੋਲੋਂ ਆਏ ਹਨ ਅਤੇ ਪਰਮੇਸ਼ਰ ਕੋਲ ਹੀ ਵਾਪਸ ਜਾ ਰਹੇ ਹਨ। ਉਹਨਾਂ ਨੇ ਭੋਜਨ ਤੋਂ ਉੱਠ ਕੇ ਆਪਣੇ ਬਾਹਰੀ ਕੱਪੜੇ ਉਤਾਰ ਦਿੱਤੇ ਤੇ ਇੱਕ ਪਰਨਾ ਲੈ ਕੇ ਆਪਣੇ ਲੱਕ ਦੁਆਲੇ ਬੰਨ ਲਿਆ। ਫਿਰ ਉਹਨਾਂ ਨੇ ਇੱਕ ਭਾਂਡੇ ਵਿੱਚ ਪਾਣੀ ਪਾਇਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਲੱਕ ਦੁਆਲੇ ਬੰਨੇ ਪਰਨੇ ਨਾਲ ਪੈਰਾਂ ਨੂੰ ਪੂੰਝਣ ਲੱਗੇ। ਜਦੋਂ ਉਹ ਸ਼ਮਊਨ ਪਤਰਸ ਕੋਲ ਪਹੁੰਚੇ ਤਾਂ ਉਸ ਨੇ ਯਿਸੂ ਨੂੰ ਕਿਹਾ, ਕੀ ਤੁਸੀਂ ਮੇਰੇ ਪੈਰ ਧੋਵੋਗੇ ਪ੍ਰਭੂ ਜੀ? ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਮੈਂ ਜੋ ਕੁਝ ਵੀ ਕਰ ਰਿਹਾ ਹਾਂ ਤੂੰ ਇਸ ਵੇਲੇ ਸਮਝ ਨਹੀਂ ਸਕਦਾ, ਪਰ ਪਿੱਛੋਂ ਸਮਝ ਆਵੇਗਾ। ਪਤਰਸ ਨੇ ਉਹਨਾਂ ਨੂੰ ਕਿਹਾ, ਤੁਸੀਂ ਮੇਰੇ ਪੈਰ ਕਦੇ ਵੀ ਨਹੀਂ ਧੋਵੋਗੇ। ਉਹਨਾਂ ਨੇ ਉੱਤਰ ਦਿੱਤਾ, ਜੇਕਰ ਤੈਨੂੰ ਮੈਂ ਨਾ ਧੋਵਾਂ ਤਾਂ ਮੇਰਾ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਹੈ। ਇਸ ਉੱਤੇ ਸ਼ਮਊਨ ਪਤਰਸ ਨੇ ਯਿਸੂ ਨੂੰ ਕਿਹਾ, ਫਿਰ ਤਾਂ ਪ੍ਰਭੂ ਜੀ ਮੇਰੇ ਪੈਰ ਨਹੀਂ ਸਗੋਂ ਹੱਥ ਅਤੇ ਸਿਰ ਵੀ ਧੋ ਦੇਵੋ। ਯਿਸੂ ਨੇ ਉਸ ਨੂੰ ਕਿਹਾ, ਜੋ ਆਦਮੀ ਨਹਾ ਚੁੱਕਾ ਹੈ ਉਸ ਨੂੰ ਪੈਰਾਂ ਤੋਂ ਛੁੱਟ ਹੋਰ ਕੁਝ ਧੋਣ ਦੀ ਜ਼ਰੂਰਤ ਨਹੀਂ ਹੈ। ਉਹ ਸਾਰੇ ਦਾ ਸਾਰਾ ਸ਼ੁੱਧ ਹੈ। ਤੁਸੀਂ ਸ਼ੁੱਧ ਹੋ ਪਰ ਸਾਰੇ ਨਹੀਂ। ਯਿਸੂ ਆਪਣੇ ਫੜਵਾਉਣ ਵਾਲੇ ਨੂੰ ਜਾਣਦੇ ਸਨ, ਇਸੇ ਲਈ ਉਹਨਾਂ ਕਿਹਾ, ਤੁਸੀਂ ਸਾਰੇ ਦੇ ਸਾਰੇ ਸ਼ੁੱਧ ਨਹੀਂ ਹੋ। ਆਮੀਨ। ਇਹਦੇ ਵਿੱਚ ਜਿਸ ਵੇਲੇ ਅਸੀਂ ਦੇਖਦੇ ਹਾਂ, ਇੱਥੇ ਜਿਹੜੀ ਮੇਨ ਆਇਤ ਜਿਹੜੀ ਹਾਈਲਾਈਟ ਕਰਨ ਵਾਲੀ ਆ ਜਾਂ ਨਿਸ਼ਾਨ ਲਾਉਣ ਵਾਲੀ ਆ, ਉਹ ਆਇਤ ਹੈ ਕਿ ਜਿਸ ਵੇਲੇ 8ਵੀਂ ਆਇਤ, ਪਤਰਸ ਨੇ ਉਹਨਾਂ ਨੂੰ ਕਿਹਾ, ਤੁਸੀਂ ਮੇਰੇ ਪੈਰ ਕਦੇ ਨਹੀਂ ਧੋਵੋਗੇ। That's the main thing. ਤੁਸੀਂ ਮੇਰੇ ਪੈਰ ਕਦੀ ਵੀ ਨਹੀਂ ਧੋਵੋਗੇ। ਅਗਰ ਪ੍ਰਭੂ ਸਾਡੇ ਪੈਰ ਨਾ ਧੋਵੇ ਤਾਂ ਅਸੀਂ ਛੋਟੇ ਰਸਤੇ ਤੇ ਨਹੀਂ ਚੱਲ ਸਕਦੇ। ਇਸ ਕਰਕੇ ਜਦੋਂ ਵੀ ਸਾਡੇ ਤੇ ਟੈਂਪਟੇਸ਼ਨ ਆਉਂਦੀ ਆ, ਜਦੋਂ ਵੀ ਡਰ ਆਉਂਦਾ, ਨਿਰਾਸ਼ਾ ਆਉਂਦੀ ਆ, ਔਰ ਜਿਸ ਵੇਲੇ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਮੇਰਾ ਰਿਸ਼ਤਾ ਪ੍ਰਭੂ ਦੇ ਨਾਲ ਠੀਕ ਨਹੀਂ, ਉਹ ਸਮਾਂ ਹੁੰਦਾ ਪ੍ਰਭੂ ਦੇ ਕੋਲ ਜਾਣ ਦਾ। ਉਹ ਸਮਾਂ ਹੁੰਦਾ ਪ੍ਰਭੂ ਨੂੰ ਕਹਿਣ ਦਾ, ਪ੍ਰਭੂ ਮੈਨੂੰ ਧੋ। ਔਰ ਪ੍ਰਭੂ ਯਿਸੂ ਨੇ ਬੜੀ ਪਿਆਰੀ ਚੀਜ਼ ਕਹੀ ਆ। ਬਹੁਤੇ ਇਸ ਨੂੰ ਪ੍ਰਭੂ ਦੀ ਨਮਰਤਾ, ਸਾਰੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ ਲੈਂਦੇ ਹੈਗੇ ਆ।
that is a very good point too. ਪਰ ਜਿਹੜੀ ਮੇਨ ਚੀਜ਼ ਇੱਥੇ ਆ ਉਹ ਇਹ ਆ ਕਿ ਜੇ ਤੈਨੂੰ ਮੈਂ ਨਾ ਧੋਵਾਂ ਤਾਂ ਤੇਰਾ ਮੇਰੇ ਨਾਲ ਕੋਈ ਰਿਸ਼ਤਾ ਨਹੀਂ। ਜੇ ਮੈਂ ਤੈਨੂੰ ਮੈਂ ਨਾ ਧੋਵਾਂ, ਪ੍ਰਭੂ ਨੇ ਕਿਹਾ, ਤੇਰਾ ਮੇਰੇ ਨਾਲ ਕੋਈ ਰਿਸ਼ਤਾ ਨਹੀਂ। ਇਸ ਕਰਕੇ ਪ੍ਰਭੂ ਭੋਜ ਦੇ ਵਿੱਚ ਉਸਨੇ ਕਿਹਾ ਸੀ, ਇਹ ਮੇਰਾ ਲਹੂ ਜੋ ਤੁਹਾਡੇ ਪਾਪਾਂ ਨੂੰ ਧੋਂਦਾ, ਜੋ ਤੁਹਾਡੇ ਪਾਪਾਂ ਦੀ ਮਾਫੀ ਦੇ ਲਈ ਹੈ। ਇਹ ਬਹੁਤ ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਪ੍ਰਭੂ ਦੇ ਧੋਏ ਜਾਣ ਤੋਂ ਬਗੈਰ ਜਿੰਨੀ ਦੇਰ ਤੱਕ ਉਹ ਸਾਨੂੰ ਧੋਂਦਾ ਨਹੀਂ, ਉਨੀ ਦੇਰ ਤੱਕ ਸਾਨੂੰ ਸਭ ਤੋਂ ਪਹਿਲਾਂ ਜਿਸ ਲਈ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਂਦੇ ਹਾਂ, ਤਾਂ ਸਾਨੂੰ ਪ੍ਰਭੂ ਨੂੰ ਇਹ ਕਹਿਣਾ ਪੈਂਦਾ ਕਿ ਮੈਨੂੰ ਧੋ। ਮੈਨੂੰ ਧੋ, ਫਿਰ ਮੈਂ ਤੇਰੀ ਹਜ਼ੂਰੀ ਦੇ ਵਿੱਚ ਆ ਸਕਦਾ। ਤੂੰ ਪਾਕ, ਤੂੰ ਪਵਿੱਤਰ, ਤੂੰ ਮਹਾਨ, ਪਰ ਉਹ ਹੈ। ਉਸਨੇ ਕਿਹਾ ਜੇ ਤੈਨੂੰ ਮੈਂ ਨਾ ਧੋਵਾਂ, ਤੇਰਾ ਮੇਰੇ ਵਿੱਚ ਕੋਈ ਰਿਸ਼ਤਾ ਨਹੀਂ। ਸੋ ਸਾਨੂੰ ਆਪਣਾ ਕੋਈ ਵੀ ਚੀਜ਼ ਪ੍ਰਭੂ ਤੋਂ ਹਾਈਡ ਨਹੀਂ ਕਰਨੀ ਚਾਹੀਦੀ, ਪ੍ਰਭੂ ਤੋਂ ਹਾਈਡ ਨਹੀਂ ਕਰਨੀ ਚਾਹੀਦੀ। ਪ੍ਰਭੂ ਲੰਬੀਆਂ ਲੰਬੀਆਂ ਦੁਆਵਾਂ ਦੇ ਵਿੱਚ ਨਹੀਂ, ਪ੍ਰਭੂ ਟੂ ਦਾ ਪੁਆਇੰਟ ਜਿਹੜੀ ਚੀਜ਼ ਆ ਉਹਦੇ ਵਿੱਚ। ਕਲੈਂਸਿੰਗ ਸਟਾਰਟਸ ਫਰਮ ਮੀ। ਔਰ ਇਹ ਪ੍ਰਭੂ ਨੇ ਉਹਨਾਂ ਨੂੰ ਕਲੈਂਸ ਕੀਤਾ ਪ੍ਰਭੂ ਦਾ ਭੋਜ ਦੇਣ ਤੋਂ ਬਾਅਦ। ਔਰ ਸਾਰੇ ਬੈਠੇ ਦੇਖਦੇ ਪਏ ਕਿ ਪ੍ਰਭੂ ਕੀ ਕਰਦੇ ਪਏ। ਔਰ ਫਿਰ ਪ੍ਰਭੂ ਨੇ ਉਹਨਾਂ ਨੂੰ ਕਿਹਾ, ਹੁਣ ਕੋਈ ਜਣਾ 12 ਤੋਂ ਲੈ ਕੇ ਇਸ ਦੀ 20 ਆਇਤ ਤੱਕ ਪੜ੍ਹਦੇ, ਜਿਸ ਨੂੰ ਮਿਲ ਜਾਏ। ਮੈਂ ਪੜਾਂ। ਹਾਂਜੀ। ਜਦੋਂ ਯਿਸੂ ਉਹਨਾਂ ਦੇ ਪੈਰ ਧੋ ਚੁੱਕੇ ਤਾਂ ਉਹਨਾਂ ਆਪਣੇ ਬਾਹਰੀ ਕੱਪੜੇ ਪਾ ਲਏ ਅਤੇ ਫਿਰ ਆਪਣੀ ਥਾਂ ਉੱਤੇ ਆ ਕੇ ਬੈਠ ਗਏ। ਉਹਨਾਂ ਨੇ ਚੇਲਿਆਂ ਨੂੰ ਕਿਹਾ, ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ? ਤੁਸੀਂ ਮੈਨੂੰ ਗੁਰੂ ਅਤੇ ਪ੍ਰਭੂ ਕਹਿ ਕੇ ਸੱਦਦੇ ਹੋ ਅਤੇ ਤੁਸੀਂ ਠੀਕ ਹੀ ਕਹਿੰਦੇ ਹੋ, ਕਿਉਂਕਿ ਮੈਂ ਹਾਂ। ਫਿਰ ਜੇਕਰ ਮੈਂ ਪ੍ਰਭੂ ਅਤੇ ਗੁਰੂ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ। ਮੈਂ ਤੁਹਾਡੇ ਸਾਹਮਣੇ ਇੱਕ ਆਦਰਸ਼ ਰੱਖ ਦਿੱਤਾ ਹੈ। ਜਿਸ ਤਰ੍ਹਾਂ ਮੈਂ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਵੀ ਕਰੋ। ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਅਤੇ ਨਾ ਭੇਜਿਆ ਹੋਇਆ ਆਪਣੇ ਭੋਜਨ ਵਾਲੇ ਨਾਲੋਂ। ਜੇਕਰ ਤੁਸੀਂ ਇਹ ਜਾਣਦੇ ਹੋ ਅਤੇ ਇਸ ਅਨੁਸਾਰ ਚੱਲਦੇ ਹੋ ਤਾਂ ਤੁਸੀਂ ਧੰਨ ਹੋ। ਮੈਂ ਤੁਹਾਡੇ ਸਾਰਿਆਂ ਦੇ ਬਾਰੇ ਨਹੀਂ ਬੋਲ ਰਿਹਾ। ਮੈਂ ਜਾਣਦਾ ਹਾਂ ਕਿ ਮੈਂ ਕਿੰਨਾਂ ਨੂੰ ਚੁਣਿਆ ਹੈ, ਪਰ ਧਰਮ ਗ੍ਰੰਥ ਦਾ ਵਾਕ ਵੀ ਪੂਰਾ ਹੋਣਾ ਜ਼ਰੂਰੀ ਹੈ। ਜਿਸ ਨੇ ਮੇਰੀ ਰੋਟੀ ਖਾਧੀ ਉਸ ਨੇ ਮੇਰੇ ਉੱਤੇ ਲੱਤ ਚੁੱਕੀ। ਮੈਂ ਤੁਹਾਨੂੰ ਇਹ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਕਿ ਜਦੋਂ ਇਹ ਸਭ ਹੋਵੇ ਤੁਸੀਂ ਵਿਸ਼ਵਾਸ ਕਰੋ ਕਿ ਮੈਂ ਹਾਂ। ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੋ ਮੇਰੇ ਘੱਲੇ ਹੋਏ ਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ, ਅਤੇ ਜੋ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਘੱਲਣ ਵਾਲੇ ਨੂੰ ਸਵੀਕਾਰ ਕਰਦਾ ਹੈ। ਆਮੇਨ। ਸੋ ਜਿਸ ਵੇਲੇ ਤੁਸੀਂ ਪ੍ਰਭੂ ਦੇ ਇਸ ਵਚਨ ਦੇ ਵਿੱਚ ਦੇਖਦੇ ਆ, ਇੱਥੇ ਉਹ ਚੀਜ਼ਾਂ ਮੇਨ ਆ। ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਹਾਂ, ਮੈਂ ਹਾਂ, ਸਭ ਤੋਂ ਪਹਿਲਾਂ ਉਸਨੇ ਕਿਹਾ ਤੁਸੀਂ ਮੈਨੂੰ ਗੁਰੂ ਔਰ ਪ੍ਰਭੂ ਕਹਿ ਕੇ ਪੁਕਾਰਦੇ ਆ ਕਿਉਂਕਿ ਮੈਂ ਹਾਂ, ਕਿਉਂਕਿ ਮੈਂ ਹਾਂ। ਔਰ ਫਿਰ ਜਿਸਲੇ ਅਸੀਂ 19ਵੀਂ ਆਇਤ ਦੇ ਵਿੱਚ ਆਨੇ ਆ ਤੇ ਉਸ ਕਹਿੰਦਾ ਮੈਂ ਤੁਹਾਨੂੰ ਇਹ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਜਦੋਂ ਇਹ ਸਭ ਹੋਵੇ ਤਾਂ ਤੁਸੀਂ ਵਿਸ਼ਵਾਸ ਕਰੋ ਕਿ ਮੈਂ ਹਾਂ।
मूसा ने पूछा सी कि प्रभु मैं की ना लैके जावां। ਜਦੋਂ ਉਹ ਮੈਨੂੰ ਪੁੱਛਣ ਕਿ ਤੈਨੂੰ ਕਿਹੜੇ ਪ੍ਰਭੂ ਨੇ ਘੱਲਿਆ ਤੇ ਮੈਂ ਉਹਨਾਂ ਨੂੰ ਕੀ ਦੱਸਾਂ, ਕਿਹਨੇ ਮੈਨੂੰ ਘੱਲਿਆ। ਉਸਨੇ ਕਿਹਾ ਕਿ ਮੈਂ ਹਾਂ ਜੋ ਮੈਂ ਹਾਂ। That's what Yahweh means. Yahweh is a sentence. It is not a name. मैं हाँ जो मैं हाँ। जाके उन्होंने दस दे कि मैं हाँ ने तुम कर लिया। और इतने असी देखते हैं मैं हाँ जो मैं हाँ। बाप और बेटे जो कोई फर्क नहीं, कोई फर्क नहीं। सिर्फ फर्क इन्ना कि बाप अपने आप ਨੂੰ ਇੱਕ ਇਨਸਾਨ ਦੇ ਢਾਂਚੇ ਦੇ ਵਿੱਚ ਪਾ ਕੇ ਇਸ ਧਰਤੀ ਤੇ ਆ ਗਿਆ, ਪੁੱਤਰ ਦੇ ਰੂਪ ਦੇ ਵਿੱਚ। ਦੱਸ ਪਰਮੇਸ਼ਵਰ ਦਾ ਦੇਖਿਆ ਜਾਣ ਵਾਲਾ ਜਿਹੜਾ ਰੂਪ ਆ ਉਹ ਯਿਸੂ ਆ। ਇਸੇ ਕਰਕੇ ਉਸਨੇ ਕਿਹਾ ਪਰਮੇਸ਼ਵਰ ਨੂੰ ਕਿਸੇ ਨੇ ਨਹੀਂ ਦੇਖਿਆ ਸਿਵਾਏ ਉਸ ਦੇ ਜਿਸਨੇ ਉਸਨੂੰ ਘੱਲਿਆ। ਪਰਮੇਸ਼ਵਰ ਦਾ ਦੇਖਿਆ ਜਾਣ ਵਾਲਾ ਰੂਪ ਯਿਸੂ ਆ। ਪਰਮੇਸ਼ਵਰ ਦਾ ਕਿਰਿਆਸ਼ੀਲ ਜਿਹੜਾ ਹੱਥ ਆ ਉਹ ਪਵਿੱਤਰ ਆਤਮਾ ਹੈ, ਉਹਦਾ ਸਾਹ ਆ, the breath of God। ਕਿਉਂਕਿ ਉਹਨੂੰ ਸਿਰਫ ਕਹਿਣ ਦੀ ਲੋੜ ਪੈਂਦੀ ਹੈ। ਪਰਮੇਸ਼ਰ ਦਾ ਦੇਖਿਆ ਜਾਣ ਵਾਲਾ ਰੂਪ ਜਿੰਨੇ ਕਿਸੇ ਨੇ ਵੀ ਦੇਖਿਆ, ਜਦੋਂ ਵੀ ਦੇਖਿਆ, ਅਬਰਾਹਮ ਤੋਂ ਲੈ ਕੇ ਅੱਜ ਤੱਕ ਅਗਰ ਪ੍ਰਭੂ ਨੂੰ ਕਿਸੇ ਨੇ ਦਰਸ਼ਨ ਦਿੱਤਾ, ਔਰ ਪ੍ਰਭੂ ਦਾ ਸ਼ੁਕਰ ਆ ਜਿਨ੍ਹਾਂ ਤੇ ਉਹ ਰਹਿਮ ਕਰਦਾ, ਉਹ ਦੇਖਿਆ ਜਾਣ ਵਾਲਾ ਰੂਪ ਇੱਕੋ ਹੀ ਆ, ਔਰ ਉਹ ਹੈ ਯਿਸੂ। ਔਰ ਜਿਹੜਾ ਕਿਰਿਆਸ਼ੀਲ ਉਹਦਾ ਰੂਪ ਆ ਉਹ ਹੈ ਪਵਿੱਤਰ ਆਤਮਾ। ਜਿਸ ਲਈ ਅਸੀਂ ਜੈਨੇਸਿਸ ਦੀ ਸਟੱਡੀ ਕਰਾਂਗੇ, ਉੱਥੇ ਸਾਰੀਆਂ ਚੀਜ਼ਾਂ ਦੇਖਾਂਗੇ ਕਿ ਕਿੱਦਾਂ ਤ੍ਰਿਏਕ ਜਿਹੜੀ ਆ ਟ੍ਰਿਨਿਟੀ ਆ ਉਹ ਕਿਸ ਤਰ੍ਹਾਂ ਇੱਕ ਆ, ਪਰ ਉਹ ਤਿੰਨ, ਪਰ ਫਿਰ ਵੀ ਇੱਕ। ਇਹ ਪ੍ਰਭੂ ਯਿਸੂ ਨੇ ਕਿਹਾ ਅਗਰ ਤੁਸੀਂ ਇਹ ਦੋ, ਤੁਸੀਂ ਮੈਨੂੰ ਗੁਰੂ ਤੇ ਪ੍ਰਭੂ ਕਹਿ ਕੇ ਪੁਕਾਰਦੇ ਹੋ ਕਿਉਂਕਿ ਮੈਂ ਹਾਂ। ਔਰ ਇਹ ਸਭ ਕੁਝ ਇਹ ਮੈਂ ਤੁਹਾਨੂੰ ਇਹ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਕਿ ਇਹ ਸਭ ਜਦੋਂ ਹੋਵੇ ਤਾਂ ਵਿਸ਼ਵਾਸ ਕਰੋ ਕਿ ਮੈਂ ਹਾਂ ਜੋ ਮੈਂ ਹਾਂ। ਔਰ ਉਹ ਕਹਿ ਰਿਹਾ ਇਹ ਮੇਰਾ ਸ਼ਰੀਰ ਆ, इसमें खाओ, ये मेरा लहू है, इसमें पियो। क्योंकि जिंदगी मेरे विच, कुदरत मेरे विच, रहम मेरे विच, दया मेरे विच। प्रभु ने सारियां चीजां सानू दित्तियां ने, ये उसकी महान बरकत आ। आओ असीं अगे थोड़ा जिहा चलदे हां। 21 आयत तो लैके हुण असीं 30 आयत तक पढ़ांगे। मैं पढ़ देना चाहती जी। हाँ जी। ਪ੍ਰਭੂ ਯਿਸੂ ਪਹਿਲਾਂ ਹੀ ਆਪਣੇ ਵਿਸ਼ਵਾਸਘਾਤੀ ਬਾਰੇ ਦੱਸਦੇ ਹਨ। ਇਸ ਤੋਂ ਪਿੱਛੋਂ ਯਿਸੂ ਆਪਣੇ ਮਨ ਵਿੱਚ ਬਹੁਤ ਦੁਖੀ ਹੋਏ। ਉਹਨਾਂ ਨੇ ਆਪਣੇ ਚੇਲਿਆਂ ਨੂੰ ਖੁੱਲੇ ਸ਼ਬਦਾਂ ਵਿੱਚ ਕਿਹਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਵਿਸ਼ਵਾਸਘਾਤ ਕਰੇਗਾ। ਇਹ ਸੁਣ ਕੇ ਚੇਲੇ ਪਰੇਸ਼ਾਨ ਹੋ ਗਏ ਅਤੇ ਇੱਕ ਦੂਜੇ ਦਾ ਮੂੰਹ ਤੱਕਣ ਲੱਗ ਪਏ ਕਿ ਉਸਨੇ ਕਿਸ ਦੇ ਬਾਰੇ ਕਿਹਾ ਹੈ। ਚੇਲਿਆਂ ਵਿੱਚੋਂ ਯਿਸੂ ਪਿਆਰ ਕਰਦੇ ਸਨ, ਉਹਨਾਂ ਦੇ ਸੱਜੇ ਪਾਸੇ ਨਾਲ ਜੁੜ ਕੇ ਬੈਠਾ ਹੋਇਆ ਸੀ। ਸ਼ਿਮੌਨ ਪਤਰਸ ਨੇ ਉਸ ਚੇਲੇ ਦੇ ਪਿੱਛੋਂ ਝੁਕ ਕੇ ਉਸਨੂੰ ਕਿਹਾ, ਪੁੱਛ ਉਹ ਕੌਣ ਹੈ ਜਿਸ ਦੇ ਬਾਰੇ ਕਹਿ ਰਹੇ ਹਨ। ਉਸ ਚੇਲੇ ਨੇ ਉਸੇ ਤਰ੍ਹਾਂ ਯਿਸੂ ਦੀ ਛਾਤੀ ਵੱਲ ਝੁਕ ਕੇ ਉਹਨਾਂ ਤੋਂ ਪੁੱਛਿਆ, ਉਹ ਕੌਣ ਹੈ? ਯਿਸੂ ਨੇ ਉੱਤਰ ਦਿੱਤਾ, ਜਿਸ ਨੂੰ ਮੈਂ ਬੁਰਕੀ ਤੋੜ ਕੇ ਦੇਵਾਂ ਉਹੀ ਹੈ।
ਉਹਨਾਂ ਬੁਰਕੀ ਤੋੜੀ ਅਤੇ ਲੈ ਕੇ ਸ਼ਮੌਨ ਦੇ ਪੁੱਤਰ ਯਹੂਦਾ ਇਸਕਰੋਤੀ ਨੂੰ ਦਿੱਤੀ। ਬੁਰਕੀ ਲੈਂਦਿਆਂ ਹੀ ਸ਼ੈਤਾਨ ਉਸ ਵਿੱਚ ਆ ਗਿਆ। ਇਸ ਲਈ ਯਿਸੂ ਨੇ ਉਸਨੂੰ ਕਿਹਾ, ਜੋ ਕੁਝ ਤੂੰ ਕਰਨਾ ਹੈ ਛੇਤੀ ਕਰ। ਜਿਹੜੇ ਭੋਜਨ ਕਰ ਰਹੇ ਹਨ ਉਹਨਾਂ ਵਿੱਚੋਂ ਕੋਈ ਵੀ ਨਾ ਸਮਝ ਸਕਿਆ ਕਿ ਯਿਸੂ ਨੇ ਉਸਨੂੰ ਕੀ ਕਿਹਾ। ਕੁਝ ਲੋਕਾਂ ਨੇ ਸੋਚਿਆ ਕਿ ਯਹੂਦਾ ਕੋਲ ਥੈਲੀ ਰਹਿੰਦੀ ਹੈ ਅਤੇ ਯਿਸੂ ਨੇ ਉਸਨੂੰ ਕਿਹਾ ਹੈ ਕਿ ਤਿਉਹਾਰ ਦੇ ਲਈ ਜੋ ਲੋੜੀਂਦਾ ਹੈ ਖਰੀਦ ਜਾਂ ਕੁਝ ਗਰੀਬਾਂ ਨੂੰ ਦੇ। ਯਹੂਦਾ ਬੁਰਕੀ ਲੈਣ ਦੇ ਪਿੱਛੋਂ ਇੱਕਦਮ ਬਾਹਰ ਚਲਾ ਗਿਆ। ਇਹ ਰਾਤ ਦਾ ਸਮਾਂ ਸੀ। ਪ੍ਰਭੂ ਯਿਸੂ ਨੂੰ ਪਤਾ ਸੀ ਕਿ ਉਹਨਾਂ ਨੂੰ ਉਸਨੂੰ ਕਿਹਨੇ ਫੜਵਾਉਣਾ, ਯਟ ਪ੍ਰਭੂ ਨੇ ਉਸ ਤੋਂ ਪੈਰ ਧੋਤੇ ਔਰ ਉਸਨੇ ਦੁਆਈ। ਹੈ ਕਿ ਨਹੀਂ ਅਜੀਬ ਚੀਜ਼? 13ਵੇਂ ਭਾਵ ਦੀ ਜਿਹੜੀ ਪਹਿਲੀ ਆਇਤ ਆ ਨਾ, ਉਹ ਮੇਨ ਆਇਤ ਆ ਕਿ ਇਹ ਜਾਣਦਿਆਂ ਹੋਇਆਂ ਕਿ ਸਾਰਾ ਅਧਿਕਾਰ ਮੈਨੂੰ ਮਿਲ ਚੁੱਕਾ, ਫਿਰ ਵੀ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸੀ ਉਹਨਾਂ ਨੂੰ ਅੰਤ ਤੱਕ ਪਿਆਰ ਕੀਤਾ। ਅਗਰ ਪ੍ਰਭੂ ਯਿਸੂ ਸੱਚਮੁੱਚ ਚੇਲਿਆਂ ਨੂੰ ਦੱਸ ਦਿੰਦੇ ਕਿ ਇਹਨੇ ਮੈਨੂੰ ਫੜਵਾਉਣਾ ਆ, ਟੇਕ ਕੇਅਰ ਆਫ ਹਿਮ, ਉਹਦੀਆਂ ਪੱਖੀਆਂ ਉਡਾ ਦਿੰਦੇ ਫੜ ਕੇ। ਲੇਕਿਨ ਨਹੀਂ, ਉਸਨੂੰ ਵੀ ਅੰਤ ਤੱਕ ਪਿਆਰ ਕੀਤਾ। ਸਾਨੂੰ ਜਿਸ ਲਈ ਪ੍ਰਭੂ ਨੇ ਕਿਹਾ ਕਿ ਦੁਸ਼ਮਣਾਂ ਦੇ ਲਈ ਦੁਆ ਕਰੋ। ਆਪਣੇ ਲਈ ਤਾਂ ਸਾਰੇ ਕਰਦੇ ਆ, ਪ੍ਰਭੂ ਨੇ ਕਰਕੇ ਦਿਖਾਇਆ, ਫਿਰ ਉਸਨੇ ਕਿਹਾ, ਉਸਨੇ ਪਿਆਰ ਕੀਤਾ, ਉਸਨੇ ਉਹਨੂੰ ਵੀ ਪਿਆਰ ਕੀਤਾ। ਇਹ ਉਸਦੀ ਚਾਹਤ ਸੀ ਕਿ ਮੈਂ ਕੀ ਕਰਨਾ। ਉਹ ਜਿਸ ਯਿਸੂ ਨੂੰ ਉਹ ਲੱਭਦਾ ਪਿਆ ਸੀ, ਉਹ ਯਿਸੂ ਇੱਥੇ ਫਿੱਟ ਨਹੀਂ ਹੁੰਦਾ ਸੀ ਉਹਦੇ ਡੱਬੇ ਦੇ ਵਿੱਚ। ਉਹ ਸ਼ਿਕਾਰੀ ਸੀਗਾ। ਸ਼ਿਕਾਰੀ ਇੱਕ ਗਰੁੱਪ ਦਾ ਨਾਂ ਸੀਗਾ ਜਿਹੜੇ ਛੋਟੀ ਜਿਹੀ ਤਲਵਾਰ ਆਪਣੇ ਕੋਲ ਰੱਖਦੇ ਸੀ। ਉਹ ਲੋਨ ਵੋਲਫ ਜਿਹਨੂੰ ਕਹਿੰਦੇ ਹੁੰਦੇ ਆ, ਉਹ ਸੀਗੇ। ਜਿੱਦਾਂ ਵੀ ਇਕੱਲੇ ਉਹ 10-12 ਜਾਣੇ ਰਲ ਕੇ ਜੰਗ ਨਹੀਂ ਸੀ ਕਰਦੇ, ਇਕੱਲੇ ਇਕੱਲੇ। ਔਰ ਜਿੱਥੇ ਇਕੱਲਾ ਰੋਮਨ ਉਹਨਾਂ ਨੂੰ ਮਿਲ ਗਿਆ, ਉਹਨਾਂ ਨੇ ਉੱਥੇ ਉਹਨੂੰ ਮਾਰ ਦਿੱਤਾ। ਉਸ ਗਰੁੱਪ ਦਾ ਬੰਦਾ ਸੀ ਉਹ ਚਾਹੁੰਦਾ ਸੀ ਕਿ ਯਿਸੂ ਜੰਗ ਦੇ ਲਈ ਨਿਕਲੇ, ਸਾਨੂੰ ਆਜ਼ਾਦ ਕਰਾਏ। ਪਰ ਪ੍ਰਭੂ ਤਾਂ ਸਾਰੀ ਦੁਨੀਆ ਦੀ ਆਜ਼ਾਦੀ ਦੇ ਲਈ ਆਇਆ, ਇਕੱਲੇ ਇਹਨਾਂ ਦੀ ਆਜ਼ਾਦੀ ਲਈ ਥੋੜ੍ਹਾ ਆਇਆ, ਤਾਂ ਸਾਰੀ ਦੁਨੀਆ ਦੇ ਲਈ ਆਇਆ। ਇਹ ਤਾਂ ਬਰਕਤ ਉਹ ਸਾਰੀ ਦੁਨੀਆ ਦੇ ਲਈ ਲੈ ਕੇ ਆਇਆ। ਦੇਖੋ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਇੱਕ ਹਿੱਸਾ ਹੋਰ ਪੜਾਂਗੇ। ਮੇਰੇ ਨਾਲ ਲੂਕਾ ਦੇ ਵਿੱਚ ਆ ਜਾਓ ਔਰ ਉਸਦੀ 22ਵਾਂ ਭਾਗ 153 ਪੰਨਾ। ਪੰਨਾ ਉਸਦੀ 39 ਆਇਤ ਤੋਂ ਲੈ ਕੇ 46 ਆਇਤ ਤੱਕ ਕੋਈ ਜਾਣਾ ਪੜਦੇ। ਮੈਂ ਪੜ੍ਹ ਲੈਂਗਾ। ਹਾਂਜੀ। ਪ੍ਰਭੂ ਯਿਸੂ ਜੈਤੂਨ ਪਹਾੜ ਉੱਤੇ ਪ੍ਰਾਰਥਨਾ ਕਰਦੇ ਹਨ। ਯਿਸੂ ਆਪਣੀ ਰੀਤ ਦੇ ਅਨੁਸਾਰ ਜੈਤੂਨ ਪਹਾੜ ਉੱਤੇ ਗਏ। ਉਹਨਾਂ ਦੇ ਚੇਲੇ ਵੀ ਉਹਨਾਂ ਦੇ ਪਿੱਛੇ ਪਿੱਛੇ ਗਏ। ਜਦੋਂ ਉਹ ਉਸ ਥਾਂ ਪਹੁੰਚ ਗਏ, ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ। ਯਿਸੂ ਆਪ ਥੋੜਾ ਜਿਹਾ ਅੱਗੇ ਗਏ ਤੇ ਗੋਡਿਆਂ ਭਰਨੇ ਹੋ ਕੇ ਪ੍ਰਾਰਥਨਾ ਕਰਨ ਲੱਗੇ, ਹੇ ਪਿਤਾ, ਜੇਕਰ ਤੇਰੀ ਮਰਜ਼ੀ ਹੋਵੇ ਤਾਂ ਇਹ ਦੁੱਖਾਂ ਦਾ ਭਰਿਆ ਪਿਆਲਾ ਮੇਰੇ ਤੋਂ ਦੂਰ ਕਰ, ਪਰ ਫਿਰ ਵੀ ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋਵੇ। ਉਸ ਵੇਲੇ ਇੱਕ ਸਵਰਗਦੂਤ ਉਹਨਾਂ ਨੂੰ ਦਿਖਾਈ ਦਿੱਤਾ ਜੋ ਉਹਨਾਂ ਨੂੰ ਸਹਾਰਾ ਦੇ ਰਿਹਾ ਸੀ। ਯਿਸੂ ਬਹੁਤ ਦੁਖੀ ਸਨ। ਉਹ ਹੋਰ ਜ਼ਿਆਦਾ ਜੋਸ਼ ਵਿੱਚ ਆ ਕੇ ਪ੍ਰਾਰਥਨਾ ਕਰਨ ਲੱਗੇ। ਉਹਨਾਂ ਦਾ ਮੁੜਕਾ ਲਹੂ ਦੀਆਂ ਬੂੰਦਾਂ ਦੀ ਤਰ੍ਹਾਂ ਜ਼ਮੀਨ ਉੱਤੇ ਡਿੱਗ ਰਿਹਾ ਸੀ। ਪ੍ਰਾਰਥਨਾ ਕਰਨ ਦੇ ਪਿੱਛੋਂ ਯਿਸੂ ਉੱਠੇ ਤੇ ਆਪਣੇ ਚੇਲਿਆਂ ਕੋਲ ਗਏ, ਪਰ ਉਹਨਾਂ ਨੂੰ ਯਿਸੂ ਨੇ ਦੁੱਖ ਅਤੇ ਥਕਾਵਟ ਦੇ ਨਾਲ ਸੁੱਤਿਆਂ ਹੋਇਆਂ ਦੇਖਿਆ। ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਸੌਂ ਕਿਉਂ ਰਹੇ ਹੋ? ਉੱਠੋ ਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ। ਪ੍ਰਭੂ ਯਿਸੂ ਦਾ ਫੜਿਆ ਜਾਣਾ। ਇੱਥੇ ਤੱਕ ਅਸੀਂ ਦੂਜਾ ਹਿੱਸਾ ਦੇਖਾਂਗੇ ਉਹਦੇ ਲਈ, ਫੜੇ ਜਾਣ ਦੇ ਲਈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਅੱਜ ਦੀ ਰਾਤ, ਥਰਸਡੇ ਦੀ ਰਾਤ ਨੂੰ ਹੋ ਰਹੀਆਂ। ਯਹੂਦੀ ਜਿਸ ਵੇਲੇ ਜਿਹੜੇ ਯਹੂਦਾ ਦੇ ਜਿਹੜੇ ਲੋਕ ਸੀ, ਉਹਨਾਂ ਨੂੰ ਖਾਸ ਹੁਕਮ ਸੀ
ਕਿ ਰਾਤ ਦੇ ਵੇਲੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਾ। ਅਗਰ ਤੁਸੀਂ ਰਾਤ ਨੂੰ ਕੈਦੀ ਫੜ ਵੀ ਲਿਆ, ਉਹਦੀ ਰਾਤ ਨੂੰ ਉਹਦੀ ਇੰਟਰੋਗੇਸ਼ਨ ਨਹੀਂ ਕਰਨੀ। ਇਸੇ ਕਰਕੇ ਜਿਸ ਲਈ ਉਹ ਅਸੀਂ ਮੂਵੀ ਦੇ ਵਿੱਚ ਦੇਖਿਆ ਕਿ ਦੋ ਜਾਣੇ ਉੱਠ ਕੇ ਖੜੇ ਹੋਏ, ਇਹ ਤੁਸੀਂ ਕੀ ਕਰਦੇ ਪਏ ਆ, ਰਾਤ ਦਾ ਵੇਲਾ। ਪ੍ਰਭੂ ਨੇ ਮਨਾ ਕੀਤਾ, ਉਹਨਾਂ ਨੂੰ ਧੱਕੇ ਮਾਰ ਕੇ ਉਹਨਾਂ ਨੇ ਬਾਹਰ ਕੱਢ ਦਿੱਤਾ। ਸੋ ਪ੍ਰਭੂ ਯਿਸੂ ਮਸੀਹ, ਜਿਹੜੀ ਦੇਖਣ ਵਾਲੀ ਚੀਜ਼ ਇੱਥੇ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਕਰਦੇ ਪਏ। ਔਰ ਜਿਸ ਲਈ ਪ੍ਰਭੂ ਯਿਸੂ ਮਸੀਹ ਨੇ ਇਹ ਸ਼ਬਦ ਕਹੇ, ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋ। ਅਦਨ ਦੇ ਬਾਗ ਦੇ ਵਿੱਚ ਉਹਨਾਂ ਨੇ ਕਿਹਾ ਸੀ, ਤੇਰੀ ਨਹੀਂ ਸਾਡੀ ਮਰਜ਼ੀ ਪੂਰੀ ਹੋ। ਉਹ ਆਗਿਆਕਾਰੀ ਸੀ। ਇਹ ਫਲ ਦੇਖਣ ਨੂੰ ਸੋਹਣਾ ਲੱਗਦਾ, ਇਹ ਸੱਚਮੁੱਚ ਮਨੁੱਖ ਨੂੰ ਸਮਝਦਾਰ ਬਣਾ ਸਕਦਾ। ਔਰ ਸਵਾਦ ਦੇ ਵਿੱਚ ਵੀ ਠੀਕ ਹੋ ਸਕਦਾ। ਪਰ ਪ੍ਰਭੂ ਦਾ ਹੁਕਮ ਕੀ ਸੀ? ਇਸ ਨੂੰ ਤੁਸੀਂ ਨਹੀਂ ਖਾਣਾ। ਸੋ ਉਹਨਾਂ ਨੇ ਉਸ ਬਾਗ ਦੇ ਵਿੱਚ ਆਗਿਆਕਾਰੀ ਕੀਤੀ, ਲੇਕਿਨ ਦੂਸਰੇ ਬਾਗ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ, ਮੇਰੀ ਨਹੀਂ ਤੇਰੀ ਮਰਜ਼ੀ ਪੂਰੀ। ਔਰ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੇ ਇਹ ਚੀਜ਼ ਕਹੀ ਆ, ਤਾਂ ਸਵਰਗਦੂਤ ਉੱਥੇ ਆਇਆ। ਕਿਉਂ ਆਇਆ? That's the main thing। ਕਿਉਂਕਿ ਸਾਰੀ ਦੁਨੀਆ ਦਾ ਪਾਪ ਯਿਸੂ ਤੇ ਲੱਦਿਆ ਜਾਣਾ। ਸਾਰੀ ਦੁਨੀਆ ਦਾ ਪਾਪ, ਮੇਰਾ, ਤੁਹਾਡਾ, ਸਾਡੇ ਹਾਲੇ ਜਿਹੜੇ ਜੰਮੇ ਵੀ ਨਹੀਂ ਉਹਨਾਂ ਦਾ ਵੀ ਜਿਹੜਾ ਪਾਪ, ਉਹ ਯਿਸੂ ਮਸੀਹ ਦੇ ਉੱਤੇ ਲੱਦਿਆ ਜਾਣਾ। ਔਰ ਪਾਪ ਦੇਖੋ, ਇੱਕ ਪਵਿੱਤਰ ਜਿਸ ਦੇ ਕਦੀ ਸੋਚ ਵਿੱਚ ਪਾਪ ਨਹੀਂ ਆਇਆ। ਇਹ ਤਾਂ ਛੱਡੋ ਕਿ ਉਸਨੇ ਵਿਉਂਤ ਬਣਾਈ ਤੇ ਕੀਤਾ, ਇਹ ਤਾਂ ਦੂਜੀਆਂ ਵੱਖਰੀਆਂ ਚੀਜ਼ਾਂ, ਜਿਹਦੀ ਸੋਚ ਵਿੱਚ ਕਦੀ ਪਾਪ ਨਹੀਂ ਆਇਆ। ਉਸ ਦੇ ਉੱਤੇ ਮੇਰਾ ਪਾਪ ਲੱਦਿਆ ਜਾ ਰਿਹਾ। ਸਵਰਗ ਦੇ ਸਿੰਘਾਸਨ ਤੋਂ ਉੱਠ ਕੇ ਆਏ ਨੂੰ ਸੂਰ ਦੇ ਵਿੱਚ ਸੁੱਟਿਆ ਜਾ ਰਿਹਾ। ਇਹ ਚੀਜ਼ ਆ, ਔਰ ਇਹੋ ਹੀ ਚੀਜ਼ ਦੇਖਣ ਵਾਲੀ ਆ। ਔਰ ਜਿਸ ਲਈ ਉਸ ਪਵਿੱਤਰ ਦੇ ਉੱਤੇ ਸਾਰਾ ਪਾਪ ਲੱਦਿਆ ਗਿਆ, ਜਿਹੜੀਆਂ ਉਸ ਦੀਆਂ ਪਸੀਨੇ ਦੀਆਂ ਨਾੜੀਆਂ ਸੀ ਤੇ ਲਹੂ ਦੀਆਂ ਨਾੜੀਆਂ ਸੀ, ਉਹ ਫਟ ਗਈਆਂ, ਫਟ ਗਈਆਂ। ਅਗਰ ਸਾਡੇ ਨਾਲ ਅੱਜ ਏਦਾਂ ਇੱਥੇ ਹੋ ਜਾਵੇ, we will die in 1 hour। 1 ਜਾਂ 2 ਘੰਟੇ ਦੇ ਵਿੱਚ we are done। ਲੇਕਿਨ ਪ੍ਰਭੂ ਯਿਸੂ ਨੇ ਉਸ ਪਾਪ ਨੂੰ ਉੱਥੇ ਬਾਗ ਦੇ ਵਿੱਚ ਨਹੀਂ ਛੱਡਿਆ। ਉਸਨੇ ਉਸ ਪਾਪ ਨੂੰ ਲੈ ਕੇ ਧਰਤੀ ਤੇ ਅਸਮਾਨ ਦੇ ਗੱਭੇ, ਸਵਰਗ ਔਰ ਧਰਤੀ ਦੇ ਗੱਭੇ ਉਸ ਦੀ ਕੀਮਤ ਦਿੱਤੀ। ਇਹ ਚੀਜ਼ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ। ਬੂੰਦਾਂ ਬਣ ਕੇ ਖੂਨ, ਪਸੀਨੇ ਚੋਂ ਖੂਨ ਵਗ ਰਿਹਾ। ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋਈ। ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋਈ। ਇਹ ਇੱਕ ਬਹੁਤ ਵੱਡਾ ਲੈਸਨ ਹੈ ਜਿਹੜਾ ਪ੍ਰਭੂ ਨੇ ਸਾਨੂੰ ਦਿੱਤਾ। ਸੱਚਮੁੱਚ ਜਿਸ ਲਈ ਅਸੀਂ ਉਸ ਗਤਸਮਨੀ ਦੇ ਬਾਗ ਦੇ ਵਿੱਚ ਹੁੰਨੇ ਆ, ਦੁੱਖਾਂ ਦਾ ਬਾਗ ਆ, ਅਸੀਂ ਸਾਰੇ ਉਹਨਾਂ ਉਸ ਬਾਗ ਦੇ ਵਿੱਚੋਂ ਨਿਕਲਦੇ ਹਾਂ। ਕਾਸ਼ ਕਿ ਅਸੀਂ ਇਹ ਚੀਜ਼ ਕਹਿ ਸਕੀਏ ਕਿ ਪ੍ਰਭੂ ਮੇਰੀ ਨਹੀਂ, ਮੇਰੀਆਂ ਵਿਉਂਤਾਂ ਨਹੀਂ, ਮੇਰੇ ਤਰੀਕੇ ਨਹੀਂ, ਮੇਰੀ ਨਹੀਂ, ਪਰ ਤੇਰੀ ਮਰਜ਼ੀ ਇਸ ਹਾਲਤ ਵਿੱਚ ਜਿੱਥੇ ਮੈਂ ਬੈਠਾ ਪੂਰੀ।
ਔਰ ਇਹੋ ਹੀ ਅਸੀਂ ਅਦਨ ਦੇ ਬਾਗ ਦੇ ਵਿੱਚ ਕਹਿ ਸਕੀਏ ਜਿਸ ਲਈ ਖੁਸ਼ੀਆਂ ਸਾਡੇ ਆਲੇ ਦੁਆਲੇ ਕਿ ਮੇਰੀ ਨਹੀਂ तेरी मर्जी पूरी होए, मेरी नहीं तेरी मर्जी पूरी होए। ਤਾਂ ਬਰਕਤਾਂ ਦੇ ਅੰਬਾਰ ਸਾਡੇ ਆਲੇ ਦੁਆਲੇ ਲੱਗ ਜਾਣਗੇ। ਇਹ ਛੋਟਾ ਜਿਹਾ ਨਗਟ ਨਿੱਕਾ ਜਿਹਾ ਨਗਟ ਜਿਹੜਾ ਅਸੀਂ ਦੇਖਦੇ ਪਏ ਅੱਜ, ਮੇਰੀ नहीं, ना मेरी व्योंत, ना मेरे प्लान, ना मेरी सोच, मेरी नहीं तेरी मर्जी पूरी हो। और फिर देखो प्रभु की करता, ਅਸੀਂ ਜਿਸ ਵੇਲੇ ਪ੍ਰਭੂ ਨੂੰ ਵਿਉਂਤਾਂ ਦੇਣ ਲੱਗ ਪੈਂਦੇ ਨਾ ਕਿ ਇਹ ਕੰਮ ਇਸ ਤਰੀਕੇ ਨਾਲ ਹੋਣਾ ਚਾਹੀਦਾ, ਤਾਂ ਅਸੀਂ ਉਹਦੇ ਬੌਸ ਬਣ ਜਾਂਦੇ ਹਾਂ। ਉਹ ਮੇਰਾ ਪ੍ਰਭੂ ਆ, ਉਹ ਮੇਰਾ ਉਹ ਮੇਰਾ ਬਹਿਰਾ ਨਹੀਂਗਾ, ਔਰ ਨਾ ਉਹ ਬਹਿਰਾ ਆ। ਉਹ ਇਹ ਨਹੀਂ ਕਿ ਮੈਂ ਜੀਸਸ ਨੇਮ ਕਿਹਾ ਤੇ ਉਹ ਆਪਣੇ ਹੱਥ ਦੇ ਉੱਤੇ ਟਾਵਲ ਰੱਖ ਕੇ ਮੇਰੇ ਕੋਲ ਆਵੇ ਕਿ ਹਾਂਜੀ ਹੁਕਮ ਕਰ ਤੂੰ ਕੀ ਕਿਹਾ। ਨਹੀਂ, ਏਦਾਂ ਨਹੀਂ, ਏਦਾਂ ਨਹੀਂ। मेरी नहीं तेरी मर्जी। और फिर देखो प्रभु सारे लिए कुछ महान प्रभु दयालु अगर बालू देखो की कुछ कर रहा उन्होंने लिए। वो गलील तो जेड़े 12 चुने आ जिन्हों सुलेमान भी नहीं मंगता सी कि मेरे कोल रहन, और जिन्हों उस राजे ने भी नकार दिता कि ये ना कबूल, मैं नहीं इन्हों मैं इन्हां 20 पिंडां दा की करना। उन्होंने लैके यसू अज सारी दुनिया उसने बदल के रख दी है। उन्हां चेलियां दे नां दे उत्ते शहरां दे नां रखे जांदे आ, स्कूलां दे नां रखे जांदे आ, हॉस्पिटलां दे नां रखे जांदे। असीं अपने बच्चियां दे नां रखदे उन्हां दे नां। उस गलील नूं प्रभु ने इन्ना उच्चा चुक दिता ते फिर इस गलील नूं किन्ना उच्चा चुकेगा। जे मैं कमा मेरी नहीं पर तेरी मर्जी, मेरी नहीं तेरी मर्जी पूरी। Let us pray। प्रभु जी तेरा बहुत शुक्र करते हैं अज दे इस पवित्र दिन दे लई। हाँ मेरे प्रभु, जे अगर तू इस बड़ा काम साडे लिए ना करता तो खुदावंद साडा की बनता। बेउम्मीद असीं प्रभु जी इधर उधर फिरदे। 2 टके दा बाबा सानू कहंदा कि ए मेरे भगत आ। तो असीं तेरा शुक्र करते हैं कि असीं तेरी संतान जिन्हां तू चुनिया और वखरे किया ताकि असीं तेरे पुत्र दे वांग बणीए। सचमुच प्रभु जी तो सानू तो और सानू साफ कर। तेरी दया जो ना खत्म होंदी है ना होएगी, तेरा प्यार जो साडी समझ तो बाहर, तेरी शांति जो प्रभु जी तू अपनी देना और अपना ही तू आराम देना। कितना कुछ तेरा अपना जो प्रभु जी तू सानू देना,
ਉਸ ਸਭ ਲਈ ਅਸੀਂ ਤੇਰਾ ਸ਼ੁਕਰ ਕਰਦੇ। ਪਿਆਰੇ ਪ੍ਰਭੂ, ਤੂੰ ਸਾਡੇ ਸਭ ਦੇ ਨਾਲ ਬਣਿਆ ਰਹੇ। ਕੱਲ ਦੇ ਮਹਾਨ ਦਿਹਾੜੇ ਦੇ ਅਸੀਂ ਪ੍ਰਭੂ ਜੀ ਤੇਰੀ ਹਜ਼ੂਰੀ ਦੇ ਵਿੱਚ ਆਈਏ ਔਰ ਤੇਰੀ ਬਰਕਤ ਨੂੰ ਪਾਈਏ। ਪਿਆਰੇ ਪ੍ਰਭੂ, ਇਸ ਸਮੇਂ ਨੂੰ ਅਸੀਂ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦੇ ਹਾਂ। ਬੁਰੇ ਔਰ ਬੁਰਾਈ ਤੋਂ ਤੂੰ ਸਾਨੂੰ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਇਹ ਸਭ ਕੁਝ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ। ਔਰ ਸਾਰੇ ਭੈਣ ਭਰਾ ਕਹਿਣ ਬਲੈਸ ਯੂ। ਖੁਦਾਵੰਦ ਤੁਹਾਨੂੰ ਸਭ ਨੂੰ ਬਰਕਤ ਦੇ ਔਰ ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ, ਔਰ ਪ੍ਰਭੂ ਦੀ ਦਇਆ ਤੁਹਾਨੂੰ ਸਭ ਨੂੰ ਸੰਭਾਲ ਕੇ ਰੱਖੇ। ਵਾਓ, ਐਪਲ ਖਾਓ ਯਾਰ। ਓਕੇ, ਬਲੈਸ ਯੂ ਤੀ ਰਾਣੀ।